प्यारे विद्यार्थियों, अज असी करांगे मैप पहला एंगलो सिख युद्ध, फस्ट एंगलो सिख वार। अंग्रेज़ां ते सिखां विचकार पहला एंगलो सिख युद्ध 1845-46 ईस्वी दे विच लड़िया गया। इस दियां 5 लड़ाइयां होईयां इस युद्ध के तहत। जिहड़ियां पहलियां 2 लड़ाइयां ने मुदकी अते फिरोज शाह की लड़ाई 1845 ईस्वी दे विच, ते जिहड़ियां पिछलियां 3 लड़ाइयां ने बद्दोवाल, आलीवाल ते सबराऊं की लड़ाई 1846 ईस्वी दे विच लड़ियां गईयां। इस युद्ध विच भावें सिखां ने बहुत बहादरी दिखाई, पर उन्हां नूं अपने नेतावां की गदारी के कारण हार दा मूँह देखना पिया। सब तो पहलां असीं सिखांगे कि असीं मैप दे विच नक्शे दे विच स्थानां नूं किवें दर्शाउणा। हुण असीं सिੱਖਦੇ ਹਾਂ कि नक्शे दे विच असीं पहले एंगलो सिख युद्ध के स्थान किवें दर्शावांगे। सब तो पहलां असीं नदियां बनावांगे, जिहदा तरीका असीं पहलां सिੱਖਿਆ होया कि नदियां असीं किवें बनाउणीਆਂ ने। सतलुज दा मोड़ बनाउणा असीं, सब तो पहला सिंध नदी, फिर असी सतलुज बना रहे हैं, ब्यास, नदियां बन गई ने। असीं नाम लिखण लगे हैं, सतलुज, ब्यास, रावी, चनाब, झेलम। हुण असीं स्थान भरने आ। सब तो पहलां असीं भरदे हां सबराऊं। आखिरी लड़ाई है वैसे ये, जिहड़ी जिथे सतलुज ते ब्यास मिले हुए ने उहदे नेड़े स्थान आ सबराऊं। इत्थे असी स्थान साडे आउणे आ। असी सतलुज नदी का नाम लिखिया सी, इहनूं इत्थों इधरले पासे लिख दिंदे। सतलुज सबराऊं दे जिहड़ा सबराऊं आ सतलुज दे उपरले पासे आ, ते इस दे थल्ले वाले पासे है फिरोज शाह। फिरोज शाह दे बिल्कुल नज़दीक ही आ मुदकी। हुण साडे 2 स्थान रहिंदे ने, एक आलीवाल ते एक बद्दोवाल। वो स्थान लाउण लई असीं एक तां देखांगे कि जिथे सतलुज दा मोड़ पैंदा ओह, ते एक जिथे ब्यास ते सतलुज मिलदियां ने। इन्हां दे लगभग सेंटर जे दे विच ही आ आलीवाल आ, जिहड़ा सतलुज दे नेड़े आ बिल्कुल। कई किताबां दे विच इसनूं अलीवाल भी लिखिया, आलीवाल है। आलीवाल दे नज़दीक ही आ बद्दोवाल। हुण साडे 5 स्थान लग चुके हैं। असी चैक करांगे कि साडे स्थान सही लगे आ। उहदे लई असी बिंदुआं नूं मिला के एक आकार बनावांगे, जिहदे नाल तुसीं पेपर दे समय चैक कर सकदे हो
ਇੱਕ ਅਸੀਂ ਲੜੀ ਬਣਾਵਾਂਗੇ ਕਿ ਇਹਦੇ ਨਾਲ ਤੁਸੀਂ ਸਹੀ ਲੜੀ ਦੇ ਵਿੱਚ ਜਦੋਂ ਲਿਖਣਾ ਮੈਂ ਲਿਖ ਸਕਦੇ ਹੋ। ਪਹਿਲਾ ਜਿਹੜਾ ਯੋਧਾ ਮੁਦਕੀ ਦੇ ਸਥਾਨ ਤੇ ਹੋਇਆ, ਦੂਸਰਾ ਫਿਰੋਜ਼ ਸ਼ਾਹ, ਤੀਸਰਾ ਬੱਦੋਵਾਲ, ਚੌਥਾ ਆਲੀਵਾਲ ਤੇ ਪੰਜਵਾਂ ਸਭਰਾਉਂ। ਅਸੀਂ ਮੁਦਕੀ ਤੋਂ ਸ਼ੁਰੂ ਕੀਤਾ, ਮੁਦਕੀ, ਫਿਰੋਜ਼ ਸ਼ਾਹ, ਬੱਦੋਵਾਲ, ਆਲੀਵਾਲ ਤੇ ਸਭਰਾਉਂ। ਇੱਕ ਇਸ ਤਰ੍ਹਾਂ ਦਾ ਆਕਾਰ ਸਾਡੇ ਕੋਲ ਤਿਆਰ ਹੋਇਆ। ਤੁਸੀਂ ਚੈੱਕ ਕਰ ਸਕਦੇ ਹੋ ਕਿ ਸਾਡੇ ਸਥਾਨ ਸਹੀ ਲੱਗੇ ਆ ਜਾਂ ਨਹੀਂ। ਲੜੀ ਯਾਦ ਰੱਖ ਸਕਦੇ ਹੋ, ਪਹਿਲਾ ਮੁਦਕੀ, ਦੂਸਰਾ ਫਿਰੋਜ਼ ਸ਼ਾਹ, ਤੀਸਰਾ ਬੱਦੋਵਾਲ, ਚੌਥਾ ਆਲੀਵਾਲ ਤੇ ਪੰਜਵਾਂ ਸਭਰਾਉਂ। ਤੇ ਜੋ ਵੀ ਅਸੀਂ ਇਸ ਤਰ੍ਹਾਂ ਕੋਈ ਆਕਾਰ ਬਣਾਉਣੇ ਆ ਸਿਰਫ ਤੁਹਾਡੇ ਸਮਝਣ ਲਈ ਆ। ਪੇਪਰ ਦੇ ਵਿੱਚ ਤੁਸੀਂ ਇਸ ਨੂੰ ਨਹੀਂ ਰੱਖਣਾ, ਉਸ ਲਾਈਨ ਨੂੰ ਅਸੀਂ ਮਿਟਾ ਦੇਵਾਂਗੇ। ਉਮੀਦ ਹੈ ਬੇਟਾ ਕਿ ਤੁਹਾਨੂੰ ਨਕਸ਼ਾ ਸਮਝ ਆ ਗਿਆ ਹੋਵੇਗਾ। ਬੇਟਾ ਲੜਾਈਆਂ ਨੂੰ ਲੜੀਵਾਰ ਰੂਪ ਦੇ ਵਿੱਚ ਯਾਦ ਕਰਨ ਲਈ ਕਿ ਪਹਿਲਾਂ ਯੁੱਧ ਕਿਹੜਾ ਹੋਇਆ, ਬਾਅਦ ਦੇ ਵਿੱਚ ਕਿਹੜਾ ਹੋਇਆ, ਅਸੀਂ ਇੱਕ ਸੰਕੇਤਕ ਵਾਕ ਲਿਖਾਂਗੇ। ਉਸ ਦੇ ਸਹਾਰੇ ਅਸੀਂ ਲੜਾਈਆਂ ਨੂੰ ਲਿਖਾਂਗੇ। ਸੰਕੇਤਕ ਵਾਕ ਆ ਬੇਟਾ, ਮੁੱਦਾ ਫਿਰ ਬਦਲਿਆ, ਅੱਲਾ ਸਭ ਖੈਰ ਕਰੇ। ਇਹਦੇ ਜਿਹੜੇ ਪਹਿਲੇ 5 ਸ਼ਬਦ ਆ ਉਹਦੇ ਤੋਂ ਅਸੀਂ ਲੜਾਈਆਂ ਲਿਖਾਂਗੇ। ਮੁੱਦਾ ਤੋਂ ਮੁਦਕੀ, ਫਿਰ ਤੋਂ ਫਿਰੋਜ਼ ਸ਼ਾਹ, ਬਦਲਿਆ ਤੋਂ ਬੱਦੋਵਾਲ, ਅੱਲਾ ਤੋਂ ਆਲੀਵਾਲ, ਸਭ ਤੋਂ ਸਭਰਾਉਂ। ਇਸ ਤਰ੍ਹਾਂ ਬੇਟਾ ਸਾਡੇ ਅੱਗੇ ਪਿੱਛੇ ਨਹੀਂ ਹੋਣਗੇ ਸਥਾਨ ਕਿ ਪਹਿਲਾ ਯੁੱਧ ਮੁਦਕੀ ਵਿਖੇ ਹੋਇਆ, ਫਿਰ ਫਿਰੋਜ਼ ਸ਼ਾਹ ਵਿਖੇ ਹੋਇਆ, ਫਿਰ ਬੱਦੋਵਾਲ ਵਿਖੇ ਹੋਇਆ, ਉਸ ਤੋਂ ਬਾਅਦ ਆਲੀਵਾਲ ਤੇ ਆਖਰੀ ਯੁੱਧ ਆ ਜਿਹੜਾ ਸਭਰਾਉਂ ਵਿਖੇ ਹੋਇਆ। ਨਕਸ਼ੇ ਤੇ ਵਿਆਖਿਆਤਮਕ ਨੋਟ ਲਿਖਣ ਲਈ ਹੁਣ ਅਸੀਂ ਯੁੱਧਾਂ ਬਾਰੇ ਸੰਖੇਪ ਦੇ ਵਿੱਚ ਜਾਣਾਂਗੇ। ਐਂਗਲੋ ਸਿੱਖ ਯੁੱਧ ਦਾ ਸਭ ਤੋਂ ਪਹਿਲਾ ਸਥਾਨ ਆ ਮੁਦਕੀ। ਪਹਿਲੀ ਲੜਾਈ ਜਿੱਥੇ ਲੜੀ ਗਈ 18 ਦਸੰਬਰ 1845 ਈਸਵੀ ਨੂੰ ਫਿਰੋਜ਼ਪੁਰ ਤੋਂ 20 ਮੀਲ ਦੀ ਦੂਰੀ 'ਤੇ ਸਥਾਨ ਆ। ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ ਅਤੇ ਅੰਗਰੇਜ਼ ਸੈਨਿਕਾਂ ਦੀ ਅਗਵਾਈ ਲਾਰਡ ਹਿਊਗ ਗਫ ਕਰ ਰਿਹਾ ਸੀ। ਇੱਥੇ ਇੱਕ ਭਿਆਨਕ ਲੜਾਈ ਹੋਈ। ਇਸ ਲੜਾਈ ਵਿੱਚ ਭਾਵੇਂ ਸਿੱਖ ਬਹਾਦਰੀ ਨਾਲ ਲੜੇ, ਪਰ ਲਾਲ ਸਿੰਘ ਦੀ ਗਦਾਰੀ ਕਾਰਨ ਸਿੱਖ ਫੌਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਫਿਰੋਜ਼ ਸ਼ਾਹ ਦੀ ਲੜਾਈ। ਮੁਦਕੀ ਦੀ ਲੜਾਈ ਤੋਂ 3 ਦਿਨ ਬਾਅਦ 21 ਦਸੰਬਰ 1845 ਈਸਵੀ ਨੂੰ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਦੂਸਰਾ ਯੁੱਧ ਹੋਇਆ ਜੋ ਫਿਰੋਜ਼ ਸ਼ਾਹ ਵਿਖੇ ਹੋਇਆ। ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਤੇ ਤੇਜਾ ਸਿੰਘ ਕਰ ਰਹੇ ਸੀ ਤੇ ਅੰਗਰੇਜ਼ ਸੈਨਿਕਾਂ ਦੀ ਅਗਵਾਈ ਹਿਊਗ ਗਫ, ਜੌਨ ਲਿਟਲਰ ਅਤੇ ਲਾਰਡ ਹਾਰਡਿੰਗ ਕਰ ਰਹੇ ਸੀ। ਇਸ ਲੜਾਈ ਦੇ ਸ਼ੁਰੂ ਵਿੱਚ ਸਿੱਖ ਸੈਨਿਕਾਂ ਨੇ ਅੰਗਰੇਜ਼ੀ ਸੈਨਿਕਾਂ ਦੇ ਉੱਪਰ ਬਹੁਤ ਜ਼ੋਰਦਾਰ ਹਮਲਾ ਕੀਤਾ। ਇੱਕ ਵਾਰ ਜਿਹੜੀ ਅੰਗਰੇਜ਼ ਫੌਜ ਸੀ ਉਹ ਘਬਰਾ ਗਈ ਸੀ, ਪਰ ਲਾਲ ਸਿੰਘ ਤੇ ਤੇਜਾ ਸਿੰਘ ਦੀ ਗਦਾਰੀ ਕਾਰਨ ਸਿੱਖਾਂ ਨੂੰ ਫਿਰ ਹਾਰ ਦਾ ਮੂੰਹ ਦੇਖਣਾ ਪਿਆ। ਬੱਦੋਵਾਲ ਦੀ ਲੜਾਈ। ਫਿਰੋਜ਼ ਸ਼ਾਹ ਦੀ ਲੜਾਈ ਤੋਂ 1 ਮਹੀਨੇ ਬਾਅਦ 21 ਜਨਵਰੀ 1846 ਈਸਵੀ ਨੂੰ ਬੱਦੋਵਾਲ ਵਿਖੇ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਯੁੱਧ ਹੋਇਆ। ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਅਗਵਾਈ ਸਰਦਾਰ ਰਣਜੋਤ ਸਿੰਘ ਮਜੀਠੀਆ ਅਤੇ ਅੰਗਰੇਜ਼ ਸੈਨਿਕਾਂ ਦੀ ਅਗਵਾਈ ਹੈਰੀ ਸਮਿਥ ਕਰ ਰਿਹਾ ਸੀ। ਇਸ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਉਹਨਾਂ ਨੂੰ ਲੜਾਈ ਦਾ ਮੈਦਾਨ ਛੱਡ ਕੇ ਭੱਜਣਾ ਪਿਆ। ਆਲੀਵਾਲ ਦੀ ਲੜਾਈ, ਜਿਹੜੀ ਬੱਦੋਵਾਲ ਦੀ ਲੜਾਈ ਤੋਂ 7 ਦਿਨ ਬਾਅਦ ਹੋਈ 28 ਜਨਵਰੀ 1846 ਈਸਵੀ ਨੂੰ ਰਣਜੋਤ ਸਿੰਘ ਬੱਦੋਵਾਲ ਤੋਂ ਸੈਨਿਕਾਂ ਸਮੇਤ ਆਲੀਵਾਲ ਵਿਖੇ ਚਲਿਆ ਗਿਆ ਸੀ। ਹੈਰੀ ਸਮਿਥ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਬ੍ਰਿਗੇਡੀਅਰ ਵੀਲਰ ਦੇ ਅਧੀਨ ਬਹੁਤ ਸਾਰੇ ਸੈਨਿਕ ਉਸ ਦੇ ਨਾਲ ਮਿਲ ਗਏ ਸੀ, ਇਸ ਲਈ ਉਸ ਦਾ ਹੌਸਲਾ ਹੋਰ ਵੱਧ ਗਿਆ ਅਤੇ 28 ਜਨਵਰੀ 1846 ਈਸਵੀ ਨੂੰ ਉਸਨੇ ਆਲੀਵਾਲ 'ਤੇ ਹਮਲਾ ਕਰ ਦਿੱਤਾ। ਇਸ ਲੜਾਈ ਦੇ ਵਿੱਚ ਕਿਉਂਕਿ ਅੰਗਰੇਜ਼ ਸੈਨਾ ਦੀ ਸ਼ਕਤੀ ਕਾਫੀ ਵੱਧ ਗਈ ਸੀ, ਸਿੱਖਾਂ ਦਾ ਇਸ ਲੜਾਈ ਦੇ ਵਿੱਚ ਭਾਰੀ ਨੁਕਸਾਨ ਹੋਇਆ ਅਤੇ ਅੰਗਰੇਜ਼ਾਂ ਦੀ ਜਿੱਤ ਹੋਈ। ਸਭਰਾਉਂ ਦੀ ਲੜਾਈ ਪਹਿਲੇ ਅੰਗਰੇਜ਼ ਸਿੱਖ ਯੁੱਧ ਦੀ ਆਖਰੀ ਅਤੇ ਨਿਰਣਾਇਕ ਲੜਾਈ ਸੀ ਜੋ 10 ਫਰਵਰੀ 1846 ਈਸਵੀ ਨੂੰ ਲੜੀ ਗਈ, ਜਿਸ ਵਿੱਚ ਸਿੱਖਾਂ ਦੀ ਅਗਵਾਈ ਲਾਲ ਸਿੰਘ ਤੇ ਤੇਜਾ ਸਿੰਘ ਵਰਗੇ ਗਦਾਰ ਕਰ ਰਹੇ ਸੀ ਜੋ ਪਲ ਪਲ ਦੀ ਖਬਰ ਦੁਸ਼ਮਣ ਨੂੰ ਦੇ ਰਹੇ ਸਨ। ਅੰਗਰੇਜ਼ਾਂ ਦੀ ਅਗਵਾਈ ਹਿਊਗ ਗਫ ਤੇ ਲਾਰਡ ਹਾਰਡਿੰਗ ਵਰਗੇ ਸੈਨਾਪਤੀ ਕਰ ਰਹੇ ਸੀ।
ਸਿੱਖ ਬਹਾਦਰੀ ਨਾਲ ਲੜ ਰਹੇ ਸੀ। ਸਿੱਖ ਸੈਨਾਪਤੀ ਗਦਾਰੀ ਕਰਕੇ ਯੁੱਧ ਦਾ ਮੈਦਾਨ ਛੱਡ ਗਏ। ਉਹਨਾਂ ਨੇ ਬਰੂਦ ਦੀਆਂ ਭਰੀਆਂ ਬੇੜੀਆਂ ਸਤਲੁਜ ਵਿੱਚ ਡੋਬ ਦਿੱਤੀਆਂ ਤੇ ਪੁਲ ਤੋੜ ਦਿੱਤਾ। ਅਜਿਹੇ ਔਖੇ ਸਮੇਂ ਸ਼ਾਮ ਸਿੰਘ ਅਟਾਰੀ ਵਾਲਾ ਦੀ ਅਗਵਾਈ ਵਿੱਚ ਸਿੱਖਾਂ ਨੇ ਲਾਮਿਸਾਲ ਬਹਾਦਰੀ ਦਿਖਾਈ, ਜਿਸ ਨੂੰ ਦੇਖ ਅੰਗਰੇਜ਼ ਅਫਸਰ ਵੀ ਦੰਗ ਰਹਿ ਗਏ। ਪਰ ਤੋਪਾਂ ਦਾ ਮੁਕਾਬਲਾ ਤਲਵਾਰਾਂ ਕਿੰਨਾ ਚਿਰ ਕਰਦੀਆਂ। ਸ਼ਾਮ ਸਿੰਘ ਅਟਾਰੀ ਵਾਲਾ ਤੇ ਸਿੱਖ ਸ਼ਹੀਦੀਆਂ ਪਾ ਗਏ। ਅਣਗਿਣਤ ਸਿੱਖ ਪੁਲ ਟੁੱਟਣ ਕਾਰਨ ਸਤਲੁਜ ਵਿੱਚ ਰੁੜ ਗਏ ਤੇ ਨੇਤਾਵਾਂ ਦੀ ਗਦਾਰੀ ਕਾਰਨ ਅੰਤ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਬੇਟਾ ਤੁਸੀਂ ਨੋਟ ਯਾਦ ਕਰਨ ਲਈ ਇਸ ਤਰੀਕੇ ਨਾਲ ਇੱਕ ਚਾਰਟ ਵੀ ਬਣਾ ਸਕਦੇ ਹੋ ਕਿ ਯੁੱਧ ਸੀ ਜਿਹੜਾ ਕਦੋਂ ਹੋਇਆ, ਸਿੱਖ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ, ਅੰਗਰੇਜ਼ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀ, ਯੁੱਧ ਦੇ ਵਿੱਚ ਕਿਸ ਦੀ ਜਿੱਤ ਹੋਈ, ਕਿਸ ਦੀ ਹਾਰ ਹੋਈ। ਇਸ ਨੂੰ ਇੱਕ ਚਾਰਟ ਰੂਪ ਦੇ ਵਿੱਚ ਤੁਸੀਂ ਤਿਆਰ ਕਰ ਸਕਦੇ ਹੋ ਅਤੇ ਬੜੀ ਆਸਾਨੀ ਦੇ ਨਾਲ ਤੁਸੀਂ ਨੋਟ ਲਿਖਣ ਲਈ ਇਸ ਨੂੰ ਯਾਦ ਕਰ ਸਕਦੇ ਹੋ। ਪਿਆਰੇ ਵਿਦਿਆਰਥੀਓ, ਵੀਡੀਓ ਨੂੰ ਧਿਆਨ ਨਾਲ ਦੇਖਣ ਅਤੇ ਸਮਝਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।